ਸਰਬ ਸੂਗ ਭੋਗ ਰਸ ਦੇਵੈ, ਮਨ ਹੀ ਨਾਲ ਸਮਾਵੈ। ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਸੁਖ ਤੇ ਸਾਰੇ ਪਦਾਰਥਾਂ ਦੇ ਰਸ ਵੀ ਉਹਨਾਂ ਨੂੰ ਭੋਗਣ ਵਾਸਤੇ ਮਾਨਣ ਵਾਸਤੇ ਦਿੰਦਾ ਹੈ। ਮਨ ਹੀ ਨਾਲ ਸਮਾਵੈ, ਤੇ ਆਪਣੇ ਮਨ ਦੇ ਨਾਲ ਹੀ ਉਹਨਾਂ ਨੂੰ ਸਮਾਵੈ ਦਾ ਅਰਥ ਹਮੇਸ਼ਾ ਲਈ ਲੀਨ ਕਰੀ ਰੱਖਦਾ ਹੈ। ਭਾਵ ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸਾਰੇ ਸੁੱਖ ਦਿੰਦੇ ਨੇ, ਸਾਰੇ ਪਦਾਰਥਾਂ ਦੇ ਰਸ ਮਾਨਣ ਵਾਸਤੇ ਦਿੰਦੇ ਨੇ, ਤੇ ਫਿਰ ਆਪਣੇ ਮਨ ਦੇ ਨਾਲ ਹੀ ਉਹਨਾਂ ਨੂੰ ਹਮੇਸ਼ਾ ਲਈ ਪਿਆਰ ਕਰਕੇ ਲੀਨ ਕਰੀ ਰੱਖਦੇ ਨੇ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਆਪਣੇ ਭਗਤਾਂ ਨੂੰ, ਆਪਣੇ ਪਿਆਰਿਆਂ ਨੂੰ ਸਾਰੇ ਸੰਸਾਰ ਦੇ ਸੁੱਖ ਵੀ, ਸਾਰੇ ਪਦਾਰਥਾਂ ਦੇ ਰਸ ਵੀ ਮੰਨਣ ਵਾਸਤੇ ਦਿੰਦਾ ਹੈ, ਤੇ ਫਿਰ ਆਪਣੇ ਮਨ ਦੇ ਨਾਲ ਉਹਨਾਂ ਨੂੰ ਹਮੇਸ਼ਾ ਲਈ ਲੀਨ ਕਰੀ ਰੱਖਦਾ ਹੈ। ਹਮਰੇ ਪਿਤਾ ਗੋਪਾਲ ਦਿਆਲ, ਜੋ ਰਾਖੈ ਮੈਂ ਤਾਰੀ ਬਾਰ ਕੋ, ਤੈਸੇ ਹੀ ਪ੍ਰਭ ਪਾਲ ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸਾਡੇ ਤੇ ਪਿਤਾ ਗੋਪਾਲ ਪ੍ਰਿਥਵੀ ਦੇ ਪਾਲਕ ਤੇ ਦਇਆ ਦੇ ਘਰ ਵਾਹਿਗੁਰੂ ਜੀ ਹਨ। ਜਿਵੇਂ ਮਾਤਾ ਆਪਣੇ ਬੱਚੇ ਨੂੰ ਰੱਖਦੀ ਹੈ, ਤੈਸੇ ਹੀ ਪ੍ਰਭ ਪਾਲ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਜੀ ਸਾਡੀ ਪਾਲਣਾ ਪੋਸ਼ਣਾ ਕਰ ਰਹੇ ਹਨ। ਮੀਤ ਸਾਜਨ ਸਰਬ ਗੁਣ ਨਾਇਕ, ਸਦਾ ਸਲਾਮਤ ਦੇਵਾ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਇਸ ਲੋਕ ਦੇ ਵੀ ਮਿੱਤਰ ਨੇ, ਪਰਲੋਕ ਦੇ ਵੀ ਸਾਜਣ ਸੁਹਿਰਦ ਸਾਥੀ ਹਨ, ਤੇ ਸਾਰੇ ਗੁਣਾਂ ਦੇ ਨਾਇਕ ਸੁਆਮੀ ਨੇ। ਸਦਾ ਸਲਾਮਤ ਦੇਵਾ, ਤੇ ਸਦਾ ਸਲਾਮਤ ਹਮੇਸ਼ਾ ਲਈ ਕਾਇਮ ਰਹਿਣ ਵਾਲੇ, ਸਦਾ ਸਥਿਰ ਰਹਿਣ ਵਾਲੇ, ਤੇ ਦੇਵਾ ਉਹ ਪ੍ਰਕਾਸ਼ ਰੂਪ ਹਨ। ਈਤ ਯੂਤ ਜਤ ਕਤ ਤਤ ਤੁਮ ਹੀ, ਮਿਲੈ ਨਾਨਕ ਸੰਤ ਸੇਵਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅਖੀਰਲੀ ਪੰਕਤੀ ਵਿੱਚ ਵਾਹਿਗੁਰੂ ਨੂੰ ਸੰਬੋਧਨ ਕੀਤਾ ਹੈ। ਈ ਤੂਤ ਜਤ ਕਾ ਤਤ ਤੁਮ ਹੀ। ਹੇ ਵਾਹਿਗੁਰੂ ਜੀ, ਈ ਤੂਤ ਪੜਨਾਵੀ ਸ਼ਬਦ ਨੇ ਇਸ ਲੋਕ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ। ਹੋਰ ਵੀ ਜਿੱਥੇ ਕਿੱਥੇ ਅਸੀਂ ਵੇਖਦੇ ਹਾਂ, ਉੱਥੇ ਤੁਸੀਂ ਹੀ ਸਾਨੂੰ ਨਜ਼ਰ ਆਉਂਦੇ ਹੋ। ਮਿਲੈ ਨਾਨਕ ਸੰਤ ਸੇਵਾ, ਮਹਾਰਾਜ ਤੁਹਾਡੇ ਚਰਨਾਂ ਦੇ ਵਿੱਚ ਸਾਡੀ ਤੇ ਇਹੀ ਅਰਜ਼ ਹੈ, ਕਿਰਪਾ ਕਰੋ ਸਾਨੂੰ ਸੰਤਾਂ ਦੀ ਸੇਵਾ ਮਿਲੇ, ਅਸੀਂ ਆਪ ਜੀ ਦੇ ਪਿਆਰਿਆਂ ਦੀ ਸੇਵਾ ਕਰੀਏ, ਤਾਂ ਕਿ ਉਹਨਾਂ ਦਾ ਮਨ ਪ੍ਰਸੰਨ ਹੋ ਜਾਵੇ ਤੇ ਸਾਡਾ ਮਨ ਤੁਹਾਡੇ ਨਾਮ ਦੇ ਵਿੱਚ ਜੁੜ ਜਾਵੇ। ਬਸ ਆ ਅਸੀਂ ਚਾਹੁੰਦੇ ਹਾਂ। ਸੇਵਾ ਤੇ ਸਿਮਰਨ ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ। ਧਨਾਸਰੀ ਮਹੱਲਾ ਪੰਜਵਾਂ। ਸੰਤ ਕਿਰਪਾਲ ਦਿਆਲ ਦਮੋਦਰ, ਕਾਮ ਕ੍ਰੋਧ ਬਿਖਜਾਰੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅਗਲੇ ਸ਼ਬਦ ਵਿੱਚ ਹੁਣ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਨੇ, ਜਿਨ੍ਹਾਂ ਦੇ ਬਾਰੇ ਪਿਛਲੇ ਸ਼ਬਦ ਵਿੱਚ ਆਖਿਆ ਸੀ, ਮਿਲੈ ਨਾਨਕ ਸੰਤ ਸੇਵਾ, ਸਾਨੂੰ ਮਹਾਂਪੁਰਖਾਂ ਦੀ ਸੇਵਾ ਮਿਲ ਜਾਵੇ, ਅਸੀਂ ਆਪਣੇ ਵੱਡੇ ਭਾਗ ਸਮਝਾਂਗੇ। ਉਹ ਸੰਤ ਕਿਹੋ ਜਿਹੇ ਹੁੰਦੇ ਨੇ, ਅਸਲੀ ਮਹਾਂਪੁਰਖਾਂ ਦਾ ਜੀਵਨ ਕੈਸਾ ਹੁੰਦਾ ਹੈ। ਮਨ ਤਨ ਰਾਮ ਨਾਮ ਹਿਤਕਾਰੇ, ਉਹ ਮਨ ਕਰਕੇ ਤਨ ਕਰਕੇ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਹਿਤਕਾਰੇ ਪ੍ਰੇਮ ਕਰਦੇ ਹਨ। ਸੂਖ ਸਹਿਜ ਆਨੰਦ ਮੰਗਲ ਸਹਿਤ, ਭਾਵਨਿਦ ਪਾਰ ਉਤਾਰੇ। ਸਤਿਗੁਰੂ ਫਰਮਾਉਂਦੇ ਨੇ, ਉਹ ਆਤਮਕ ਸੁਖ ਦੇ ਨਾਲ ਨਾਲ ਪਰਮਾਤਮਕ ਆਨੰਦ ਤੇ ਮੰਗਲ ਖੁਸ਼ੀਆਂ ਵੀ ਪ੍ਰਾਪਤ ਕਰਦੇ ਨੇ। ਸਹਿਤ ਦਾ ਅਰਥ ਵੀ ਉਹ ਮੰਗਲ ਦੇ ਸਹਿਤ ਸੰਪੰਨ, ਹਮੇਸ਼ਾ ਲਈ ਆਤਮਕ ਸੁਖ ਤੇ ਪਰਮਾਤਮਕ ਆਨੰਦ ਵੀ ਮਾਣਦੇ ਨੇ। ਭਾਵਨਿਦ ਪਾਰੋ ਉਤਾਰੇ, ਉਹ ਐਸੇ ਮਹਾਂਪੁਰਖ ਭਾਵ ਸਾਗਰ ਤੋਂ ਵੀ ਜੀਵਾਂ ਨੂੰ ਪਾਰ ਉਤਾਰ ਦਿੰਦੇ ਨੇ। ਜਿਹੜੇ ਐਸੇ ਮਹਾਂਪੁਰਖ ਨੇ, ਮੈਂ ਉਹਨਾਂ ਦੀ ਸੇਵਾ ਮੰਗਦਾ ਹਾਂ। ਲਓ, ਉਹਨਾਂ ਮਹਾਂਪੁਰਖਾਂ ਦੇ ਪਿਆਰ ਤੇ ਸਤਿਕਾਰ ਦੇ ਵਿੱਚ ਹੀ ਅਗਲਾ ਸ਼ਬਦ ਉਚਾਰਨ ਕੀਤਾ ਹੈ। ਸੰਤ ਕਿਰਪਾਲ ਦਿਆਲ ਦਮੋਦਰ, ਕਾਮ ਕ੍ਰੋਧ ਬਿਖਜਾਰੇ। ਹਜ਼ੂਰ ਫਰਮਾਉਂਦੇ ਨੇ, ਉਹ ਮਹਾਂਪੁਰਖ ਸੰਤ ਕਿਰਪਾਲ ਦਿਆਲ ਦਮੋਦਰ, ਵੀ ਉਹ ਕਿਰਪਾਲ, ਕਿਰਪਾ ਦਾ ਘਰ, ਦਇਆ ਦਾ ਘਰ ਦਮੋਦਰ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦਾ ਰੂਪ ਹੁੰਦੇ ਨੇ। ਜਿਹੜੇ ਪੂਰਨ ਸੰਤ ਨੇ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਐਸੀ ਉਹਨਾਂ ਦੀ ਅਵਸਥਾ ਹੁੰਦੀ ਹੈ। ਵੀ ਉਹ ਸੰਤ ਕਿਰਪਾਲ, ਕਿਰਪਾ ਦਾ ਘਰ,
ਦਿਆਲੂ ਕਿਰਪਾਲੂ ਦਮੋਦਰ ਵਾਹਿਗੁਰੂ ਦਾ ਰੂਪ ਹਨ। ਕਾਮ ਕ੍ਰੋਧ ਬਿਖ ਜਾਰੇ, ਤੇ ਔਰ ਜਿਨ੍ਹਾਂ ਨੇ ਕਾਮ ਕ੍ਰੋਧ ਦੀ ਜ਼ਹਿਰ ਨੂੰ ਸਾੜ ਦਿੱਤੇ। ਕਾਮ ਕ੍ਰੋਧ ਵਿਕਾਰੇ ਸਾਡੇ ਜੀਵਨ ਦੇ ਵਿੱਚ ਇੱਕ ਜ਼ਹਿਰ ਹੈ। ਹਜ਼ੂਰ ਕਹਿੰਦੇ ਨੇ ਜ਼ਹਿਰ ਇਹਨਾਂ ਨੂੰ ਇਸ ਲਈ ਆਖਿਆ ਹੈ, ਜਿਹੜਾ ਆਤਮਿਕ ਜੀਵਨ ਹੈ ਉਹਦੇ ਲਈ ਇਹ ਵਿਘਨਾਕਾਰੀ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਮਹਾਂਪੁਰਖ ਵੀ ਜਿਹੜੇ ਵਾਹਿਗੁਰੂ ਦਾ ਸਰੂਪ ਨੇ, ਜਿਨ੍ਹਾਂ ਨੇ ਗੁਰੂ ਸ਼ਬਦ ਦੀ ਕਮਾਈ ਕਰਕੇ ਗੁਰੂ ਕਾ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ, ਜਿਨ੍ਹਾਂ ਨੇ ਕਾਮ ਕ੍ਰੋਧੀ ਜ਼ਹਿਰ ਨੂੰ ਸਾੜ ਦਿੱਤਾ ਹੈ। ਰਾਜਮਾਲ ਜੋਬਨ ਤਨ ਜੀਰਾ ਇਹਨੂੰ ਪੜ ਲੈ ਬਾਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਰਾਜਮਾਲ ਜੋਬਨ ਤਨ ਜੀਰਾ, ਰਾਜ ਵੀ, ਮਾਲ ਅਸਬਾਬ ਵੀ, ਜੋਬਨ ਜਵਾਨੀ ਵੀ, ਤਨ ਸਰੀਰ ਵੀ, ਤੇ ਜੀਰਾ ਜੋ ਸਾਡਾ ਮਨ ਹੈ ਜਾਂ ਜਿੰਦ ਜਾਨ ਹੈ, ਇਨ ਉੱਪਰ ਲੈ ਬਾਰੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੇ ਇਹਨਾਂ ਮਹਾਂਪੁਰਖਾਂ ਤੋਂ ਕੁਰਬਾਨ ਕਰਦੇ ਹਾਂ। ਉਹ ਕਿਹੜੇ ਮਹਾਂਪੁਰਖ? ਜਿਹੜੇ ਪਰਮੇਸ਼ਰ ਦਾ ਰੂਪ ਹੋ ਗਏ ਨੇ, ਜਿਨ੍ਹਾਂ ਨੇ ਕਾਮ ਕ੍ਰੋਧ ਦੀ ਜ਼ਹਿਰ ਨੂੰ ਸਾੜਿਆ ਹੋਇਆ। ਐਸੇ ਮਹਾਂਪੁਰਖਾਂ ਤੋਂ ਰਾਜ ਮਾਲ ਜੋਬਨ ਸਰੀਰ ਤੇ ਜਿੰਦ ਅਸੀਂ ਸਭ ਕੁਝ ਕੁਰਬਾਨ ਕਰਦੇ ਹਾਂ। ਮਨ ਤਨ ਰਾਮ ਨਾਮ ਹਿਤਕਾਰੇ, ਸੂਖ ਸਹਿਜ ਆਨੰਦ ਮੰਗਲ ਸਹਿਜ, ਪਵਨਿਦ ਪਾਰੀ ਉਤਾਰੇ ਰਹਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨ ਤਨ ਰਾਮ ਨਾਮ ਹਿਤਕਾਰੇ। ਅਸੀਂ ਆਪਣੇ ਮਨ, ਉਹ ਮਹਾਂਪੁਰਖ ਮਨ ਕਰਕੇ ਤਨ ਕਰਕੇ ਵਾਹਿਗੁਰੂ ਦੇ ਨਾਮ ਨੂੰ ਪਿਆਰ ਕਰਦੇ ਹਨ। ਸੂਖ ਸਹਿਜ ਆਨੰਦ ਮੰਗਲ ਸਹਿਤ, ਉਹ ਹਮੇਸ਼ਾ ਲਈ ਆਤਮਕ ਸੁਖ ਤੇ ਪਰਮਾਤਮਕ ਆਨੰਦ ਤੇ ਮੰਗਲ ਖੁਸ਼ੀਆਂ ਦੇ ਸਪੰਨ ਰਹਿੰਦੇ ਹਨ। ਭਵਨਿਦ ਪਾਰ ਉਤਾਰੇ, ਤੇ ਉਹ ਹੋਰ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਵੀ ਕਰਦੇ ਹਨ। ਤਨ ਸੋ ਥਾਨ ਤਨ ਹੋਏ ਭਵਨਾ, ਜਾਮੈ ਸੰਤ ਬਸਾਰੇ। ਰਹਾਉ ਬਸਰਾਮ ਦੇ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਧਨ ਹੈ ਉਹ ਅਸਥਾਨ ਤੇ ਧਨ ਹੈ ਉਹ ਘਰ, ਜਾਮੈ ਸੰਤ ਬਸਾਰੇ, ਜਿੱਥੇ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਵਸਦੇ ਨੇ। ਕਿਉਂਕਿ ਕਈ ਮਹਾਂਪੁਰਖ ਕੋਈ ਆਪਣੇ ਅਸਥਾਨ ਬਣਾ ਕੇ, ਕੋਈ ਆਸ਼ਰਮ ਬਣਾ ਕੇ, ਕੋਈ ਡੇਰੇ ਬਣਾ ਕੇ, ਕੋਈ ਵੱਖਰੇ ਅਸਥਾਨ ਬਣਾ ਕੇ ਰਹਿੰਦੇ ਨੇ, ਤੇ ਕਈ ਗ੍ਰਸਤੀ ਵੀ ਸੰਤ ਨੇ, ਉਹ ਆਪਣੇ ਘਰਾਂ ਵਿੱਚ ਪਰਿਵਾਰ ਵਿੱਚ ਹੀ ਰਹਿੰਦੇ ਨੇ। ਉਹ ਅਸਥਾਨ ਵੀ ਉਹ ਘਰ ਵੀ ਧਨਤਾ ਯੋਗ ਨੇ। ਜਾਂ ਮੈਂ ਸੰਤ ਬਸਾਰੇ, ਵੀ ਜਿਨ੍ਹਾਂ ਦੇ ਵਿੱਚ ਉਹ ਵਾਹਿਗੁਰੂ ਦੇ ਪਿਆਰੇ ਸੰਤ ਵਸਦੇ ਹਨ। ਜਨ ਨਾਨਕ ਕੀ ਸਰਦਾ ਪੂਰੋ, ਠਾਕੁਰ ਭਗਤ ਤੇਰੇ ਨਮਸਕਾਰੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਮਨ ਦੀ ਸ਼ਰਧਾ ਪੂਰੀ ਕਰ ਦਿਓ। ਤੁਸੀਂ ਕੀ ਚਾਹੁੰਦੇ ਹੋ? ਭਗਤ ਤੇਰੇ ਨਮਸਕਾਰੇ। ਅਸੀਂ ਤੁਹਾਡੇ ਭਗਤਾਂ ਦੇ ਹਰ ਰੋਜ਼ ਚਰਨਾਂ ਤੇ ਮੱਥਾ ਟੇਕਦੇ ਰਹੀਏ। ਅਸੀਂ ਇਹ ਆਪ ਜੀ ਦੇ ਪਾਸੋਂ ਦਾਤ ਮੰਗਦੇ ਹਾਂ ਵੀ ਅਸੀਂ ਹਰ ਵੇਲੇ ਤੁਹਾਡੇ ਭਗਤਾਂ ਤੇ ਨਮਸਕਾਰ ਕਰਦੇ ਰਹੀਏ, ਉਹਨਾਂ ਦੇ ਚਰਨਾਂ ਤੇ ਮੱਥਾ ਟੇਕਦੇ ਰਹੀਏ। ਤਨਾਸਰੀ ਮਹੱਲਾ ਪੰਜਵਾਂ। ਛਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ। ਲਓ ਹੁਣ ਅਗਲੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰੇ ਸਤਿਗੁਰੂ ਦੀ ਮਹਿਮਾ ਉਚਾਰਨ ਕੀਤੀ ਹੈ। ਸਤਿਗੁਰ ਪੂਰਾ ਕੀਨੀ ਦਾਤ, ਹਰ ਹਰ ਨਾਮ ਦਿਓ ਕੀਰਤਨ ਕੋ ਭਈ ਹਮਾਰੀ ਗਾਤ। ਰਹਾਉ ਸਤਿਗੁਰ ਪੂਰਾ ਕੀਨੀ ਦਾਤ। ਪੂਰੇ ਸਤਿਗੁਰੂ ਨੇ ਸਾਨੂੰ ਇਹ ਦਾਤ ਬਖਸ਼ਿਸ਼ ਕੀਤੀ ਹੈ। ਕਿਹੜੀ ਦਾਤ? ਹਰ ਹਰ ਨਾਮ ਦਿਓ ਕੀਰਤਨ ਕੋ। ਸਾਨੂੰ ਇੱਕ ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਦਿੱਤਾ ਹੈ ਤੇ ਨਾਲ ਸਿਫਤ ਸਲਾਹ ਕਰਨ ਵਾਸਤੇ ਦਿੱਤੀ ਹੈ। ਭਾਵ ਨਾਮ ਤੇ ਕੀਰਤਨ ਦੀਆਂ ਦਾਤਾਂ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀਆਂ ਹਨ। ਭਈ ਹਮਾਰੀ ਗਾਤ, ਜਿਸ ਦਾ ਸਦਕਾ ਸਾਡੀ ਗਾਤ ਦਾ ਅਰਥ ਹੈ ਗਤੀ, ਭਾਵ ਸਾਡੀ ਕਲਿਆਣ ਹੋ ਗਈ ਹੈ। ਕਿਉਂਕਿ ਜਿਹੜਾ ਮਨੁੱਖ ਨਾਮ ਤੇ ਕੀਰਤਨ ਦੇ ਨਾਲ ਜੁੜ ਜਾਂਦਾ ਹੈ, ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ, ਉਹਨੂੰ ਭੋਗ ਮੋਖ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਪੂਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਇਹ ਦਾਤ ਬਖਸ਼ੀ ਹੈ। ਹਰ ਹਰ ਨਾਮ ਦਿਓ ਕੀਰਤਨ ਕੋ।
ਵਾਹਿਗੁਰੂ ਦਾ ਜਸ ਕਰਨ ਵਾਸਤੇ ਬਖਸ਼ਿਆ ਹੈ ਤੇ ਨਾਲ ਵਾਹਿਗੁਰੂ ਦਾ ਨਾਮ ਜਪਣ ਵਾਸਤੇ ਦਿੱਤਾ ਹੈ, ਜਿਸ ਦਾ ਸਦਕਾ ਸਾਡੀ ਕਲਿਆਣ ਹੋ ਗਈ ਹੈ। ਛੁਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪ੍ਰਾਤ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਸਮਰੱਥ ਗੁਰੂ ਨੇ, ਜਿਨ੍ਹਾਂ ਨੇ ਆਪਣੇ ਚਰਨ ਪ੍ਰਾਤ ਆਪਣੇ ਚਰਨਾਂ ਦੇ ਵਿੱਚ ਪਾ ਕੇ, ਆਪਣੇ ਚਰਨਾਂ ਦਾ ਓਟ ਆਸਰਾ ਬਖਸ਼ਿਸ਼ ਕਰਕੇ, ਪ੍ਰਾਤ ਦਾ ਅਰਥ ਇਹ ਪਾ ਕੇ ਹੀ ਵਧੇਰੇ ਢੁਕਦਾ ਹੈ, ਆਪਣੇ ਚਰਨ ਪ੍ਰਾਤ ਆਪਣੇ ਚਰਨਾਂ ਤੇ ਪਾ ਕੇ। ਛੁਡਾਏ ਲਿਓ ਮਹਾਬਲੀ ਤੇ, ਜਿਹੜੀ ਮਹਾਬਲੀ ਕੌਣ ਸਨ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕਿਉਂਕਿ ਇਹਨਾਂ ਬਾਰੇ ਸਤਿਗੁਰੂ ਨੇ ਹੋਰ ਥਾਂ ਤੇ ਲਿਖਿਆ ਹੈ, ਜਿਨ ਮਿਲ ਮਾਰੇ ਪੰਜ ਸੂਰ ਬੀਰ ਐਸੋ ਕੌਣ ਬਲੀ ਰੇ, ਜਿਨ ਪੰਜ ਮਾਰ ਬਿਦਾਰ ਗੁਦਾਰੇ ਸੋ ਪੂਰਾ ਇੱਕ ਕਲੀ ਰੇ। ਇਹ ਵਿਕਾਰ ਬੜੇ ਬਲੀ ਨੇ। ਵੀ ਜਿਸ ਸਤਿਗੁਰੂ ਨੇ ਆਪਣੇ ਚਰਨੀ ਪਾ ਕੇ ਸਾਨੂੰ ਇਹਨਾਂ ਮਹਾਬਲੀ ਪੰਜ ਵਿਕਾਰਾਂ ਤੋਂ ਛੁਡਾ ਲਿਆ ਹੈ, ਵੀ ਅਸੀਂ ਉਹ ਸਤਿਗੁਰੂ ਦਾ ਹਮੇਸ਼ਾ ਲਈ ਧੰਨਵਾਦ ਕਰਦੇ ਹਾਂ। ਅਥਵਾ ਮਹਾਬਲੀ ਮਾਇਆ ਨੂੰ ਵੀ ਆਖਿਆ ਹੈ, ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਸਤਿਗੁਰੂ ਨੇ ਆਪਣੇ ਚਰਨਾਂ ਤੇ ਪਾ ਕੇ ਸਾਨੂੰ ਇਸ ਮਹਾਬਲੀ ਵਾਹਿਗੁਰੂ ਦੀ ਮਹਾਨ ਸ਼ਕਤੀ ਇਸ ਮਾਇਆ ਤੋਂ ਵੀ ਛੁਡਾ ਲਿਆ ਹੈ। ਏਕ ਨਾਮ ਦਿਓ ਮਨ ਮੰਤਾ, ਬਿਨਸ ਨ ਕਤਹੂ ਜਾਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਮਨ ਦੇ ਟਿਕਾਓ ਲਈ ਗੁਰੂ ਮਹਾਰਾਜ ਨੇ ਸਾਨੂੰ ਇੱਕ ਨਾਮ ਮੰਤਰ ਬਖਸ਼ਿਸ਼ ਕਰ ਦਿੱਤਾ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਸਤਿਗੁਰੂ ਨੇ ਮਨ ਦੇ ਟਿਕਾਓ ਲਈ ਤੇ ਮਨ ਦੀ ਸ਼ੁੱਧੀ ਲਈ ਬਈ ਸਾਨੂੰ ਇੱਕ ਨਾਮ ਰੂਪ ਮੰਤਰ ਦੇ ਦਿੱਤਾ ਹੈ, ਬਿਨਸ ਨ ਕਤਹੂ ਜਾਤ, ਜਿਹੜਾ ਕਦੀ ਨਾਸ਼ ਵੀ ਨਹੀਂ ਹੁੰਦਾ ਤੇ ਕਦੇ ਛੱਡ ਕੇ ਵੀ ਨਹੀਂ ਜਾਂਦਾ। ਉਹ ਹਮੇਸ਼ਾ ਲਈ ਸਾਡੇ ਰੋਮ ਰੋਮ ਦੇ ਵਿੱਚ ਤੇ ਸਾਡੇ ਖੂਨ ਦੇ ਕਤਰੇ ਕਤਰੇ ਵਿੱਚ, ਸਵਾਸ ਸਵਾਸ ਵਿੱਚ ਰਮਿਆ ਹੋਇਆ ਹੈ। ਸਤਿਗੁਰ ਪੂਰੈ ਕੀਨੀ ਦਾਤ, ਹਰ ਹਰ ਨਾਮ ਦਿਓ ਕੀਰਤਨ ਕੋ, ਭਈ ਹਮਾਰੀ ਗਾਤ ਰਹਾਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡੇ ਪੂਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਇਹ ਦਾਤ ਬਖਸ਼ੀ ਹੈ, ਹਰ ਹਰ ਨਾਮ ਦਿਓ ਕੀਰਤਨ ਕੋ। ਇੱਕ ਤਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਾਨੂੰ ਬਖਸ਼ਿਸ਼ ਕੀਤਾ ਹੈ ਜਪਣ ਵਾਸਤੇ, ਤੇ ਨਾਲ ਵਾਹਿਗੁਰੂ ਦਾ ਕੀਰਤਨ ਜਸ ਕਰਨ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕੀਤੀ ਹੈ। ਕੀਰਤਨ ਕਰਨ ਦੇ ਲਈ ਤੇ ਨਾਮ ਜਪਣ ਦੇ ਲਈ ਸਾਨੂੰ ਬਖਸ਼ਿਸ਼ ਕੀਤਾ ਹੈ। ਭਈ ਹਮਾਰੀ ਗਾਤ, ਜਿਸ ਦਾ ਸਦਕਾ ਸਾਡੀ ਕਲਿਆਣ ਹੋ ਗਈ ਹੈ। ਅੰਗੀਕਾਰ ਕੀਓ ਪ੍ਰਭ ਆਪਣੇ, ਭਗਤਨ ਕੀ ਰਾਖੀ ਪਾਤ। ਰਹਾਉ ਬਸਰਾਮ ਦੇ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਆਪਣੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਨੇ ਸਾਡਾ ਅੰਗੀਕਾਰ ਪੱਖ ਵੀ ਕੀਤਾ ਹੈ। ਭਗਤਨ ਕੀ ਰਾਖੀ ਪਾਤ, ਤੇ ਭਗਤਾਂ ਦੀ ਪਾਤ ਪਤ, ਭਗਤਾਂ ਦੀ ਪਾਤ ਇੱਜ਼ਤ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਰੱਖੀ ਹੈ। ਨਾਨਕ ਚਰਨ ਗਏ ਪ੍ਰਭ ਆਪਣੇ, ਸੁਖ ਪਾਇਓ ਦਿਨ ਰਾਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਚਰਨ ਗਏ ਪ੍ਰਭ ਆਪਣੇ, ਅਸੀਂ ਆਪਣੇ ਪ੍ਰਭੂ ਦੇ ਚਰਨ ਪਕੜ ਲਏ ਨੇ। ਸੁਖ ਪਾਇਓ ਦਿਨ ਰਾਤ, ਤੇ ਅਸੀਂ ਦਿਨ ਰਾਤ ਹਮੇਸ਼ਾ ਲਈ ਸੁਖ ਪ੍ਰਾਪਤ ਕਰ ਲਿਆ ਹੈ। ਧਨਾਸਰੀ ਮਹੱਲਾ ਪੰਜਵਾਂ। ਪਰ ਹਰਨਾ ਲੋਭ ਝੂਠ, ਨਿੰਦ ਇਵੀ ਕਰਤ ਗੁਦਾਰੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ ਮਨਮੁਖ ਦੀ ਅਵਸਥਾ ਬਿਆਨ ਕਰਦੇ ਨੇ। ਸਾਕਤ ਕੀ ਅਵਰਦਾ ਜਾਏ ਬਿਰਥਾਰੀ। ਸਾਕਤ ਪੁਰਸ਼ ਦੀ ਆਵਰਦਾ ਦਾ ਅਰਥ ਹੈ ਉਮਰ, ਆਯੂ। ਮਨੁੱਖ ਦੀ ਸਾਰੀ ਹੀ ਉਮਰ ਐਵੇਂ ਵਿਅਰਥ ਬੀਤ ਜਾਂਦੀ ਹੈ। ਸਤਿਗੁਰੂ ਅੱਗੇ ਬੜੀ ਸੋਹਣੀ ਉਦਾਹਰਣ ਦਿੰਦੇ ਹਨ। ਜੈਸੇ ਕਾਗਜ਼ ਕੇ ਪਾਰ ਮੂਸਾ ਟੂਕ ਗਵਾਵਤ, ਕਾਮ ਨਹੀਂ ਗਾਵਾਰੀ। ਮੂਸਾ ਦਾ ਅਰਥ ਹੈ ਚੂਹਾ। ਚੂਹੇ ਦਾ ਸੁਭਾਅ ਹੈ ਉਹ ਕਾਗਜ਼ਾਂ ਨੂੰ ਟੁਕਦਾ ਹੈ। ਉਹ ਕਾਗਜ਼ ਚਾਹੇ ਕਿੰਨੇ ਵੀ ਕੀਮਤੀ ਕਿਉਂ ਨਾ ਹੋਣ, ਪਰ ਚੂਹੇ ਦਾ ਸੁਭਾਅ ਹੁੰਦਾ ਉਹਨਾਂ ਕਾਗਜ਼ਾਂ ਨੂੰ ਟੁੱਕੀ ਜਾਣਾ। ਜਿਵੇਂ ਚੂਹਾ ਕਾਗਜ਼ਾਂ ਦੇ ਜਿਹੜੇ ਭਾਰ ਨੇ ਉਹਨਾਂ ਨੂੰ ਟੁੱਕ ਟੁੱਕ ਕੇ ਐਵੇਂ ਬੇਅਰਥ ਗਵਾ ਦਿੰਦਾ ਹੈ, ਕਿਸੇ ਕੰਮ ਦੇ ਨਹੀਂ ਛੱਡਦਾ। ਇਸੇ ਤਰ੍ਹਾਂ ਮਨੁੱਖ ਆਪਣੀ ਸਾਰੀ ਉਮਰ ਫਜ਼ੂਲ ਕੰਮਾਂ ਦੇ ਵਿੱਚ ਬਰਬਾਦ ਕਰ ਦਿੰਦਾ ਹੈ। ਕਾਮ ਨਹੀਂ ਗਾ ਵਾਰੀ, ਪਰ ਉਸ ਮੂਰਖ ਦੇ ਕੰਮ ਕੁਝ ਵੀ ਨਹੀਂ ਆਉਂਦੀ।
ਉਸ ਮੂਰਖ ਦੇ ਕੰਮ ਕੁਝ ਵੀ ਨਹੀਂ ਆਉਂਦਾ। ਜਿਵੇਂ ਚੂਹਾ ਹੈ ਔਰ ਉਹ ਚਾਹੇ ਕੋਈ ਧਰਮ ਗ੍ਰੰਥ ਵੀ ਹੋਵੇ, ਕੋਈ ਹੋਰ ਕੀਮਤੀ ਕਾਗਜ਼ ਵੀ ਹੋਵੇ, ਉਹਨੂੰ ਉਸ ਦਾ ਕੋਈ ਪਤਾ ਨਹੀਂ ਹੁੰਦਾ, ਕੋਈ ਇਲਮ ਨਹੀਂ ਹੁੰਦਾ। ਉਹ ਬਸ ਟੁਕ ਟੁਕ ਕੇ ਕੁਤਰ ਕੁਤਰ ਕੇ ਸੁੱਟੀ ਜਾਂਦਾ। ਉਸ ਮੂਰਖ ਦੇ ਕਿਸੇ ਕੰਮ ਵੀ ਨਹੀਂ ਆਉਂਦੇ। ਚਲੋ ਖਾਣ ਵਾਲੀ ਚੀਜ਼ ਹੋਵੇ, ਬੰਦਾ ਖਾ ਹੀ ਲਵੇ, ਚਲੋ ਕੁਝ ਸਮੇਂ ਲਈ ਭੁੱਖ ਸ਼ਾਂਤ ਹੋ ਜਾਵੇ, ਪਰ ਉਹ ਕਾਗਜ਼ ਤੇ ਖਾਣ ਦੇ ਵੀ ਕੰਮ ਨਹੀਂ ਆਉਂਦਾ। ਐਵੇਂ ਉਸ ਨੂੰ ਕੁਤਰ ਕੁਤਰ ਕੇ ਸੁੱਟੀ ਜਾਂਦਾ। ਇਸੇ ਤਰ੍ਹਾਂ ਜਿਹੜਾ ਮਨਮੁਖ ਆਦਮੀ ਹੈ ਵੀ ਆਹ ਜਿਹੜੇ ਸਵਾਸ ਨੇ ਬੜੇ ਕੀਮਤੀ ਨੇ, ਔਰ ਚੂਹੇ ਵਾਂਗੂ ਇਹਨਾਂ ਨੂੰ ਕੁਤਰ ਕੁਤਰ ਕੇ ਸੁੱਟੀ ਜਾਂਦਾ, ਅਜਾਈਂ ਗਵਾਈ ਜਾਂਦਾ, ਇਹ ਕਿਸੇ ਕੰਮ ਨਹੀਂ ਆਉਂਦੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੱਸਦੇ ਨੇ ਕਿਵੇਂ ਕਿਵੇਂ ਮਨਮੁਖ ਆਦਮੀ ਆਪਣੀ ਉਮਰ ਨੂੰ ਗੁਜ਼ਾਰਦਾ ਹੈ। ਪਰ ਹਰਨਾ ਲੋਭ ਝੂਠ ਨਿੰਦ, ਪਰਾਇਆ ਧਨ ਚੁਰਾਉਣ ਦੇ ਵਿੱਚ, ਲੋਭ ਦੇ ਵਿੱਚ ਖਚਿਤ ਹੋਇਆ, ਝੂਠ ਬੋਲਦਾ ਹੋਇਆ ਤੇ ਨਿੰਦਿਆ ਕਰਦਾ ਹੋਇਆ, ਇਹ ਵੀ ਹੀ ਕਰਤ ਗੁਜ਼ਾਰੀ ਇਸੇ ਤਰ੍ਹਾਂ ਸਾਰੀ ਉਮਰ ਗੁਜ਼ਾਰ ਦਿੰਦਾ। ਪਰਾਇਆ ਧਨ ਚੁਰਾਉਣ ਦੀ ਖਾਤਰ ਲੋਭ ਝੂਠ ਤੇ ਨਿੰਦਿਆ ਕਰਦਿਆਂ ਹੋਇਆ ਇਸੇ ਤਰ੍ਹਾਂ ਮਨਮੁਖ ਸਾਰੀ ਉਮਰ ਆਪਣੀ ਗੁਜ਼ਾਰ ਦਿੰਦਾ ਹੈ। ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮੀਠੀ, ਇਹ ਟੇਕ ਮਨੈ ਸਾਧਾਰੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮ੍ਰਿਗ ਤ੍ਰਿਸ਼ਨਾ ਦੇ ਪਾਣੀ ਦੀ ਆਸ ਝੂਠੀ ਹੈ, ਪਰ ਇਸ ਨੂੰ ਮਿੱਠੀ ਜਾਣ ਕੇ ਇਹ ਟੇਕ ਮਨਹਿ ਸਾਧਾਰੀ, ਉਸਨੇ ਇਹ ਟੇਕ ਆਪਣੇ ਮਨ ਵਿੱਚ ਸਾ ਭਲੀ ਪ੍ਰਕਾਰ ਧਾਰਨ ਕੀਤੀ ਹੈ। ਇਹਦਾ ਮਤਲਬ ਇਹ ਹੈ ਜਿਹੜੇ ਸੰਸਾਰ ਦੇ ਪਦਾਰਥ ਨੇ ਇਹ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਨੇ। ਲੱਗਦਾ ਹੁੰਦਾ ਵੀ ਜੇ ਸਾਨੂੰ ਆਹ ਚੀਜ਼ ਮਿਲ ਜਾਵੇ, ਸਾਨੂੰ ਘਰ ਮਿਲ ਜਾਵੇ, ਇੰਨੀ ਕਮਾਇਆ ਮਿਲ ਜਾਵੇ ਤੇ ਸਾਡੇ ਮਨ ਨੂੰ ਤ੍ਰਿਪਤੀ ਤੇ ਮਨ ਨੂੰ ਸ਼ਾਂਤੀ ਆ ਜਾਵੇਗੀ, ਪਰ ਆਉਂਦੀ ਨਹੀਂ। ਇਸ ਲਈ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੈ। ਮ੍ਰਿਗ ਤ੍ਰਿਸ਼ਨਾ ਦੇ ਪਾਣੀ ਦੀ ਆਸ ਝੂਠੀ ਹੁੰਦੀ ਹੈ। ਇਸੇ ਤਰ੍ਹਾਂ ਮਾਇਆ ਤੇ ਪਦਾਰਥਾਂ ਦੀ ਆਸ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਝੂਠੀ ਹੈ, ਪਰ ਇਹਨੂੰ ਮਿੱਠੀ ਜਾਣ ਕੇ ਇਹਦੀ ਟੇਕ, ਇਹਦੀ ਓਟ ਮਨ ਦੇ ਵਿੱਚ ਸਾ ਭਲੀ ਪ੍ਰਕਾਰ ਧਾਰਨ ਕੀਤੀ ਹੋਈ ਹੈ। ਸਾਕਤ ਕੀ ਆਵਰਦਾ ਜਾਏ ਬਿਰਥਾਰੀ, ਜੈਸੇ ਕਾਗਜ਼ ਕੇ ਭਾਰ ਮੂਸਾ ਟੂ ਗਵਾਵਤ, ਕਾਮਨਾ ਹੀ ਗਵਾਰੀ ਰਹਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸੇ ਤਰ੍ਹਾਂ ਸਾਕਤ ਦੀ ਉਮਰ ਸਾਰੀ ਬਿਅਰਥ ਚਲੀ ਜਾਂਦੀ ਹੈ। ਜਿਵੇਂ ਚੂਹਾ ਕਾਗਜ਼ ਦੇ ਭਾਰ ਟੁਕ ਟੋਕੇ ਐਵੇਂ ਸੁੱਟ ਦਿੰਦਾ ਹੈ, ਉਹਦੇ ਕਿਸੇ ਕੰਮ ਨਹੀਂ ਆਉਂਦੇ। ਇਸੇ ਤਰ੍ਹਾਂ ਸਾਕਤ ਪੁਰਸ਼ ਵੀ ਆਪਣੇ ਕੀਮਤੀ ਸਵਾਸਾਂ ਨੂੰ ਕੁਤਰ ਕੁਤਰ ਕੇ ਭੈੜੇ ਕੰਮਾਂ ਦੇ ਵਿੱਚ ਗਵਾ ਦਿੰਦਾ ਤੇ ਔਰ ਉਹ ਕਿਸੇ ਕੰਮ ਆਉਣ ਵਾਲੇ ਵੀ ਨਹੀਂ ਹੁੰਦੇ। ਕਰ ਕਿਰਪਾ ਪਾਰ ਬ੍ਰਹਮ ਸੁਆਮੀ, ਇਹ ਬੰਧਨ ਛੁਟਕਾਰੀ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ, ਤੁਸੀਂ ਦੀਨ ਦੁਨੀਆ ਦੇ ਮਾਲਕੋ, ਸਾਡੇ ਤੇ ਕਿਰਪਾ ਕਰੋ, ਇਹ ਬੰਧਨ ਛੁਟਕਾਰੀ। ਆ ਜਿਹੜੇ ਮੋਹ ਮਾਇਆ ਦੇ ਬੰਧਨ ਪਏ ਹੋਏ ਨੇ ਨਾ, ਕਿਰਪਾ ਕਰਕੇ ਸਾਨੂੰ ਇਹਨਾਂ ਤੋਂ ਛੁਡਾ ਦਿਓ। ਬੂੜ ਤੇ ਅੰਧ ਨਾਨਕ ਪ੍ਰਭ ਕਾਢਤ, ਸਾਜਨਾ ਸੰਘਾਰੀ। ਹੇ ਵਾਹਿਗੁਰੂ ਜੀ, ਅਸੀਂ ਤਾਂ ਅੰਨੇ ਹਾਂ ਤੇ ਅਸੀਂ ਸੰਸਾਰ ਸਮੁੰਦਰ ਦੇ ਵਿੱਚ ਡੁੱਬਦੇ ਜਾ ਰਹੇ ਹਾਂ। ਬੂੜਤ ਅੰਧ, ਅਸੀਂ ਅੰਨੇ ਸੰਸਾਰ ਸਮੁੰਦਰ ਵਿੱਚ ਡੁੱਬਦੇ ਜਾ ਰਹੇ ਹਾਂ। ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰਕੇ ਕਾਢਤ, ਵੀ ਸਾਨੂੰ ਕੱਢ ਸਕਦੇ ਹੋ ਤੇ ਸਾਨੂੰ ਕੱਢ ਲਵੋ। ਕਿਵੇਂ ਕੱਢੀਏ? ਸਾਧ ਜਨਾ ਸੰਗਾਰੀ, ਜਿਹੜੇ ਤੁਹਾਡੇ ਪਿਆਰੇ ਸਾਧੂ ਮਹਾਂਪੁਰਖ ਨੇ, ਜਿਨ੍ਹਾਂ ਨੇ ਅਸਾਧ ਮਨ ਨੂੰ ਸਾਧਿਆ ਹੋਇਆ, ਉਹਨਾਂ ਦੀ ਸੰਗਤ ਬਖਸ਼ਿਸ਼ ਕਰਕੇ ਸਾਨੂੰ ਕਿਰਪਾ ਕਰਕੇ ਇਸ ਮੋਹ ਮਾਇਆ ਦੇ ਖੂਹ ਦੇ ਵਿੱਚੋਂ ਅਥਵਾ ਸੰਸਾਰ ਸਮੁੰਦਰ ਦੇ ਵਿੱਚੋਂ ਡੁੱਬਦਿਆਂ ਹੋਇਆਂ ਨੂੰ ਬਾਹਰ ਕੱਢ ਲਓ। ਧਨਾਸਰੀ ਮਹੱਲਾ ਪੰਜਵਾਂ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਸੀਤਲ ਤਨ ਮਨ ਛਾਤੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਜੋ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਮਹਾਂਪੁਰਖ ਨੇ, ਉਹਨਾਂ ਦੀ ਅਵਸਥਾ ਦਾ ਜ਼ਿਕਰ ਕਰਦੇ ਹਨ। ਰਸਨਾ ਰਾਮ ਰਸਾਇਣ ਮਾਤੀ, ਗੁਰਮੁਖਾਂ ਦੀ ਰਸਨਾ ਉਸ ਵਾਹਿਗੁਰੂ ਦੇ ਨਾਮ ਦੀ ਰਸਾਇਣ, ਰਸਾਇਣ ਕਹਿੰਦੇ ਨੇ ਰਸ ਦਾ ਘਰ। ਰਸਾਇਣ ਇੱਕ ਔਸ਼ਧੀ ਦਾ ਵੀ ਨਾਮ ਹੈ, ਵੀ ਕਹਿੰਦੇ ਨੇ ਉਹ ਜਿਹੜਾ ਪਾਰਾ ਮਾਰਿਆ ਹੋਵੇ ਉਹਨੂੰ ਰਸਾਇਣ ਕਹਿੰਦੇ ਨੇ। ਉਹਦੇ ਵਿੱਚ ਬੜੇ ਗੁਣ ਹੁੰਦੇ ਨੇ। ਜੇ ਉਸ ਨੂੰ ਕਲੀ ਤੇ ਪਾ ਦਿਓ ਚਾਂਦੀ ਬਣਾ ਦਿੰਦੀ ਹੈ, ਤਾਂਬੇ ਤੇ ਪਾ ਦਿਓ ਸੋਨਾ ਬਣਾ ਦਿੰਦੀ ਹੈ।
ਜੇ ਮਨੁੱਖ ਵਿਧੀ ਨਾਲ ਸੇਵਨ ਕਰੇ ਉਹ ਕਦੀ ਬੁੱਢਾ ਨਹੀਂ ਹੁੰਦਾ, ਸਰੀਰ ਉਸਦਾ 9x9 ਰਹਿੰਦਾ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਉਹ ਰਸਾਇਣ ਹੈ। ਗੁਰਮੁਖ ਦੀ ਰਸਨਾ ਉਸ ਨਾਮ ਦੀ ਰਸਾਇਣ ਦੇ ਵਿੱਚ ਮਸਤ ਹੋਈ ਰਹਿੰਦੀ ਹੈ। ਰੰਗ ਰੰਗੀ ਰਾਮ ਆਪਣੇ ਕੈ, ਗੁਰਮੁਖਾਂ ਦੀ ਰਸਨਾ ਉਸ ਆਪਣੇ ਪ੍ਰਭੂ ਦੇ ਨਾਮ ਦੇ ਰੰਗ ਵਿੱਚ ਰੰਗੀ ਰਹਿੰਦੀ ਹੈ। ਚਰਨ ਕਮਲ ਨਿਤ ਥਾਤੀ, ਤੇ ਵਾਹਿਗੁਰੂ ਦੇ ਨਾਮ ਰੂਪੀ ਚਰਨ ਕਮਲ ਤੇ ਸਾਰੀਆਂ 9 ਨਿਧੀਆਂ ਦੀ ਥਾਤੀਦਾਰ ਥੈਲੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਹਰ ਵੇਲੇ ਉਹ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਕਮਲਾਂ ਦੇ ਨਾਲ ਜੁੜੇ ਰਹਿੰਦੇ ਨੇ। ਇਸੇ ਨੂੰ ਵੀ 9 ਨਿਧੀਆਂ ਦੀ ਥੈਲੀ ਸਮਝਦੇ ਨੇ, ਥਾਤੀਦਾਰ ਥੈਲੀ ਵੀ 9 ਨਿਧੀਆਂ ਦਾ ਖਜ਼ਾਨਾ ਇਸ ਨੂੰ ਉਹਨਾਂ ਨੇ ਸਮਝਿਆ ਹੈ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਉਹਨਾਂ ਗੁਰਮੁਖਾਂ ਦੀ ਕੈਸੀ ਅਵਸਥਾ ਹੁੰਦੀ ਹੈ, ਉਹ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਆਪਣੇ ਸੁਆਮੀ ਮਾਲਕ ਵਾਹਿਗੁਰੂ ਨੂੰ ਸਿਮਰ ਸਿਮਰ ਕੇ ਸੀਤਲ ਤਨ ਮਨ ਛਾਤੀ, ਸਾਡਾ ਤਨ ਵੀ ਤੇ ਮਨ ਵੀ ਤੇ ਛਾਤੀ, ਸੀਨਾ ਸਾਡਾ ਠੰਡਾ ਹੋ ਗਿਆ ਹੈ। ਰੂਪ ਰੰਗ ਸੂਖ ਧਨ ਜੀ ਕਾ, ਪਾਰ ਬ੍ਰਹਮ ਹੋ ਰਹਿ ਜਾਤੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਸਾਡਾ ਰੂਪ, ਸਾਡਾ ਰੰਗ ਤੇ ਸਾਰੇ ਸੁਖ ਤੇ ਇਸ ਜੀਵ ਦਾ ਧਨ ਤੇ ਸਾਡੀ ਉੱਚੀ ਜਾਤ ਸਭ ਕੁਝ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਰਸਨਾ ਰਾਮ ਰਸਾਇਨ ਮਾਤੀ, ਰੰਗ ਰੰਗੀ ਰਾਮ ਆਪਣੇ ਕੈ, ਚਰਨ ਕਮਲ ਨਿਧ ਥਾਤੀ ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਡੀ ਰਸਨਾ ਵਾਹਿਗੁਰੂ ਦੇ ਨਾਮ ਦੀ ਰਸਾਇਣ ਵਿੱਚ ਮਸਤ ਹੋਈ ਰਹਿੰਦੀ ਹੈ। ਰੰਗ ਰੰਗੀ ਰਾਮ ਆਪਣੇ ਕੈ, ਉਸ ਆਪਣੇ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਹਮੇਸ਼ਾ ਲਈ ਆਨੰਦ ਮਾਣਦੀ ਹੈ। ਚਰਨ ਕਮਲ ਨਿਧ ਥਾਤੀ, ਤੇ ਵਾਹਿਗੁਰੂ ਦੇ ਚਰਨ ਕਮਲ ਹੀ ਸਾਡੇ ਲਈ ਸਾਰੀ ਨਿਧੀਆਂ ਦੀ ਥੈਲੀ ਹੈ, ਸਾਰੀਆਂ ਨਿਧੀਆਂ ਦਾ ਖਜ਼ਾਨਾ ਹੈ। ਜਿਸ ਕਾ ਸਾਥ ਨਹੀਂ ਰਖ ਲਿਆ, ਪੂਰਨ ਪ੍ਰਭ ਕੀ ਪਾਤੀ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਵਾਹਿਗੁਰੂ ਦਾ ਇਹ ਜੀਵ ਸੀ ਉਹਨੇ ਹੀ ਇਹਨੂੰ ਰੱਖ ਲਿਆ, ਭਾਵ ਜਿਸ ਦਾ ਇਹ ਬਣਿਆ ਸੀ ਤੇ ਉਸੇ ਨੇ ਇਹਦੀ ਰੱਖਿਆ ਕੀਤੀ। ਪੂਰਨ ਪ੍ਰਭ ਕੀ ਪਾਤੀ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦੀ ਪਾਤੀ ਦਾ ਅਰਥ ਹੈ ਜੁਗਤੀ। ਉਸ ਵਾਹਿਗੁਰੂ ਦਾ ਢੰਗ ਤਰੀਕਾ ਹਰ ਪੱਖ ਤੋਂ ਸੰਪੂਰਨ ਹੈ, ਉਹਦੇ ਵਿੱਚ ਕੋਈ ਅਧੂਰਾਪਨ ਨਹੀਂ ਹੈ। ਮੇਲਿਓ ਆਪੇ ਸੁਖ ਦਾਤੈ, ਨਾਨਕ ਹਰ ਰਾਖੀ ਪਾਤੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਸੁਖਾਂ ਦੇ ਦਾਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮੇਲ ਲਿਆ ਹੈ। ਨਾਨਕ ਹਰ ਰਾਖੀ ਪਾਤੀ, ਤੇ ਸਾਡੀ ਉਸ ਵਾਹਿਗੁਰੂ ਪਰਮੇਸ਼ਰ ਨੇ ਪਤ ਵੀ ਰੱਖ ਲਈ, ਸਾਡੀ ਇੱਜ਼ਤ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਰੱਖੀ ਹੈ। ਧਨਾਸਰੀ ਮਹੱਲਾ ਪੰਜਵਾਂ। ਦੂਤ ਦੁਸ਼ਮਨ ਸਭ ਤੁਝ ਤੇ ਨਿਵਰੈ, ਪ੍ਰਗਟ ਪ੍ਰਤਾਪ ਤੁਮਾਰਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਨੇ ਤੇ ਨਾਲ ਉਹਦੀ ਸਿਫਤ ਸਲਾਹ ਵੀ ਕੀਤੀ ਹੈ ਤੇ ਨਾਲ ਕੁਝ ਸਹਾਇਤਾ ਵੀ ਮੰਗੀ ਹੈ। ਨਿਰਖੋਂ ਤੁਮਰੀ ਓਰ ਹਰ ਨੀਤ, ਮੁਰਾਰ ਸਹਾਇ ਹੋ ਦਾਸ ਕਉ, ਕਰ ਗਹਿ ਉਦਰਹੁ ਮੀਤ। ਰਹਾਉ ਨਿਰਖੋਂ ਤੁਮਰੀ ਓਰ ਹਰ ਨੀਤ, ਹੇ ਵਾਹਿਗੁਰੂ ਜੀ ਮੈਂ ਤੇ ਨੀਤ ਦਾ ਅਰਥ ਹੈ ਨਿਤ ਹਮੇਸ਼ਾ ਤੁਹਾਡੇ ਵੱਲ ਹੀ ਦੇਖਦਾ ਰਹਿੰਦਾ ਹਾਂ, ਮੇਰਾ ਧਿਆਨ ਤੁਹਾਡੇ ਵੱਲ ਹੀ ਲੱਗਿਆ ਰਹਿੰਦਾ। ਮੁਰਾਰ ਸਹਾਇ ਹੋ ਦਾਸ ਕੋ, ਕਰ ਗਹਿ ਉਦਰੋਂ ਮੀਤ। ਹੇ ਮੁਰਾਰੀ, ਹੇ ਹੰਕਾਰ ਰੂਪੀ ਮੁਰਦੈਨ ਦੇ ਵੈਰੀ ਤੇ ਲੋਕ ਪ੍ਰਲੋਕ ਦੇ ਮਿੱਤਰ ਵਾਹਿਗੁਰੂ ਜੀ, ਤੁਸੀਂ ਆਪਣੇ ਦਾਸਾਂ ਦੇ ਸਹਾਈ ਹੋਵੋ। ਮੁਰਾਰ ਸਹਾਇ ਹੋ ਦਾਸ ਕੋ, ਤੁਸੀਂ ਆਪਣੇ ਦਾਸਾਂ ਦੇ ਸਹਾਈ ਹੋਵੋ ਤੇ ਸਾਡਾ ਹੱਥ ਪਕੜ ਕੇ ਤੇ ਸਾਨੂੰ ਇਸ ਭਵਸਾਗਰ ਤੋਂ ਬਾਹਰ ਕੱਢ ਲਓ। ਇਹ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ। ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ। ਦੂਤ ਦੁਸ਼ਮਨ ਸਭ ਤੁਝ ਤੇ ਨਿਵਰੈ, ਪ੍ਰਗਟ ਪ੍ਰਤਾਪ ਤੁਮਾਰਾ। ਹੇ ਵਾਹਿਗੁਰੂ ਜੀ ਜਿੰਨੇ ਵੀ ਦੂਤ ਦੁਸ਼ਟ ਤੇ ਦੁਸ਼ਮਣ ਸਾਡੇ ਵੈਰੀ ਨੇ ਇਹ ਤੁਹਾਡੀ ਕਿਰਪਾ ਦੇ ਨਾਲ ਹੀ ਨਿਵਰਤ ਹੋ ਸਕਦੇ ਨੇ। ਜਿਹੜੇ ਅੰਦਰੂਨੀ ਤੇ ਬਹਿਰੂਨੀ ਦੁਸ਼ਟ ਤੇ ਸਾਡੇ ਦੁਸ਼ਮਣ ਵੈਰੀ ਨੇ ਉਹ ਤੁਹਾਡੀ ਕਿਰਪਾ ਦੇ ਨਾਲ ਹੀ ਇਹ ਪਿੱਛੇ ਹਟ ਸਕਦੇ ਨੇ। ਪ੍ਰਗਟ ਪ੍ਰਤਾਪ ਤੁਮਾਰਾ, ਕਿਉਂਕਿ ਤੁਹਾਡਾ ਪ੍ਰਤਾਪ, ਤੁਹਾਡਾ ਜਲਵਾ, ਤੁਹਾਡਾ ਪ੍ਰਭਾਵ
ਸਭ ਥਾਵਾਂ ਤੇ ਪ੍ਰਗਟ ਹੋ ਰਿਹਾ ਹੈ। ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ। ਹੇ ਵਾਹਿਗੁਰੂ ਜੀ, ਜੋ ਜੋ ਕਿਸੇ ਦੂਤ ਦੁਸ਼ਮਣ ਨੇ ਤੇਰੇ ਭਗਤਾਂ ਨੂੰ ਦੁਖਾਏ ਸਤਾਇਆ, ਭਾਵ ਜੋ ਜੋ ਕੋਈ ਰਾਵਣ ਤੇ ਹਰਨਾਕਸ਼ ਵਰਗਿਆਂ ਨੇ ਤੇਰੇ ਭਗਤਾਂ ਨੂੰ ਦੁੱਖ ਦਿੱਤਾ, ਉਹ ਤਤਕਾਲ ਤੋਂ ਮਾਰਾ। ਤੁਸੀਂ ਉਹ ਤਤਕਾਲ ਫੌਰਨ ਉਸੇ ਵੇਲੇ ਉਸ ਨੂੰ ਮੌਤ ਦੀ ਘਾਟ ਉਤਾਰ ਦਿੱਤਾ। ਨਿਰਖੋ ਤੁਮਰੀ ਔਰ ਅਰਨੀਤ ਮੁਰਾਰ ਸਹਾਇ ਹੋ ਦਾਸ ਕੋ ਕਰ ਗਏ ਉਧਰੋ ਮੀਤ ਰਹਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸੇ ਲਈ ਹੈ ਵਾਹਿਗੁਰੂ ਜੀ, ਮੈਂ ਤੇ ਹਮੇਸ਼ਾ ਟਿਕਟਕੀ ਲਾ ਕੇ ਤੁਹਾਡੇ ਵੱਲ ਹੀ ਤੱਕਦਾ ਰਹਿਣਾ ਹਾਂ। ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਲੋਕ ਪਰਲੋਕ ਦੇ ਮਿੱਤਰ ਹੋ, ਕਿਰਪਾ ਕਰੋ, ਤੁਸੀਂ ਸਾਡੇ ਸਹਾਈ ਹੋਵੋ ਤੇ ਸਾਡਾ ਹੱਥ ਪਕੜ ਕੇ ਸਾਨੂੰ ਇਸ ਕਸ਼ਟ ਤੋਂ, ਦੁੱਖ ਤੋਂ ਬਾਹਰ ਕੱਢ ਲਓ। ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰ ਆਪ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੁਣੀ ਬੇਨਤੀ, ਇਹ ਜੇ ਨੰਨੇ ਦੇ ਟਿੱਪੀ ਹੋ ਫਿਰ ਬੇਨਤੀ ਕਹਿਣਾ। ਸੁਣੀ ਬੇਨਤੀ ਠਾਕੁਰ ਮੇਰਾ, ਵੀ ਉਸ ਮੇਰੇ ਮਾਲਕ ਵਾਹਿਗੁਰੂ ਜੀ ਨੇ ਸਾਡੀ ਬੇਨਤੀ ਸੁਣ ਲਈ। ਸ਼ੁੱਧ ਅਰਥ ਤਾਂ ਸ਼ੁੱਧ ਪਾਤਾ ਬੇਨਤੀ ਹੀ ਹੈ। ਬੇਨਤੀ ਤਾਂ ਕਿਤੇ ਉਹ ਕਾਵ ਰਚਨਾ ਦੇ ਹਿਸਾਬ ਨਾਲ ਉੱਤੇ ਟਿੱਪੀ ਲੱਗਦੀ ਹੈ, ਉਹ ਉਚਾਰਨ ਕਰਨੀ ਪੈਂਦੀ। ਸੁਣੀ ਬੇਨਤੀ ਠਾਕੁਰ ਮੇਰੇ, ਉਸ ਮੇਰੇ ਮਾਲਕ ਵਾਹਿਗੁਰੂ ਜੀ ਨੇ ਸਾਡੀ ਬੇਨਤੀ ਸੁਣ ਲਈ ਤੇ ਖਸਮਾਨਾ ਕਰ ਆਪ, ਤੇ ਵਾਹਿਗੁਰੂ ਜੀ ਨੇ ਆਪ ਸਾਡਾ ਪੱਖ ਵੀ ਕੀਤਾ ਹੈ। ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਦਾ ਸਦਾ ਹਰ ਜਾਪ। ਅਸੀਂ ਹਮੇਸ਼ਾ ਹਮੇਸ਼ਾ ਵਾਹਿਗੁਰੂ ਦੇ ਨਾਮ ਨੂੰ ਜਪ ਰਹੇ ਹਾਂ। ਇਸ ਨਾਮ ਦੇ ਜਾਪ ਦਾ ਸਦਕਾ ਨਾਨਕ ਆਨੰਦ ਪਏ ਦੁੱਖ ਭਾਗੇ, ਸਾਨੂੰ ਆਨੰਦ ਪ੍ਰਾਪਤ ਹੋ ਗਏ ਨੇ ਤੇ ਸਾਡੇ ਸਾਰੇ ਦੁੱਖ ਵੀ ਭੱਜ ਗਏ ਹਨ। ਧਨਾਸਰੀ ਮਹਲਾ ਪੰਜਵਾਂ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ ਇਸ ਅਗਲੇ ਸ਼ਬਦ ਵਿੱਚ ਵੀ ਪਿਛਲੇ ਪ੍ਰਕਰਨ ਦੇ ਮੁਜਬ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਭਗਤਾਂ ਦੀ ਕਿਵੇਂ ਰੱਖਿਆ ਕਰਦਾ ਹੈ, ਇਸੇ ਹੀ ਸਬਜੈਕਟ ਨੂੰ ਅੱਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਜਾਗਰ ਕੀਤਾ ਹੈ। ਹਰ ਜਨ ਰਾਖੇ ਗੁਰ ਗੋਬਿੰਦ। ਜਿਹੜੇ ਵਾਹਿਗੁਰੂ ਦੇ ਜਨ ਦਾਸ ਸਨ, ਉਹ ਗੁਰੂ ਪਰਮੇਸ਼ਰ ਜੀ ਨੇ ਆਪ ਕਿਰਪਾ ਕਰਕੇ ਰੱਖ ਲਏ। ਕੰਠ ਲਾਏ ਅਵਗੁਣ ਸਾ ਮੇਟੇ ਦਇਆਲ ਪੁਰਖ ਬਖਸ਼ੰਦ। ਉਹ ਵਾਹਿਗੁਰੂ ਪਰਮੇਸ਼ਰ ਜੀ ਦਇਆ ਦੇ ਘਰ ਪੁਰਖ ਵਿਆਪਕ ਸਰੂਪ ਤੇ ਸਾਰੇ ਗੁਨਾਹਾਂ ਨੂੰ ਬਖਸ਼ਣ ਵਾਲੇ ਨੇ। ਕੰਠ ਲਾਏ ਅਵਗੁਣ ਸਾ ਮੇਟੇ, ਉਹਨਾਂ ਆਪਣੇ ਦਾਸਾਂ ਨੂੰ, ਆਪਣੇ ਪਿਆਰਿਆਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਉਹਨਾਂ ਦੇ ਸਾਰੇ ਅਵਗੁਣ ਮੇਟ ਦਿੱਤੇ, ਕਿਉਂਕਿ ਉਹਨਾਂ ਦਾ ਸੁਭਾਅ ਦਿਆਲੂ, ਕਿਰਪਾਲੂ ਤੇ ਬਖਸ਼ੰਦ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਵੇਖੋ ਉਸ ਵਾਹਿਗੁਰੂ ਪਰਮੇਸ਼ਰ ਨੇ ਕਿਵੇਂ ਕਿਵੇਂ ਭਗਤਾਂ ਦੀ ਰੱਖਿਆ ਕੀਤੀ, ਉਹਦੇ ਬਾਰੇ ਸਤਿਗੁਰੂ ਮਹਾਰਾਜ ਸਪਸ਼ਟ ਸਮਝਾਉਂਦੇ ਹਨ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਚਾਰੇ ਹੀ ਦਿਸ਼ਾ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣਾ ਬਲ ਪੈਦਾ ਕਰ ਦਿੱਤਾ। ਸਿਰ ਉੱਪਰ ਕਰ ਧਾਰਿਓ, ਤੇ ਆਪਣੇ ਸੇਵਕ ਦੇ ਸਿਰ ਉੱਤੇ ਆਪਣਾ ਮਿਹਰਾਂ ਭਰਿਆ ਹੱਥ ਰੱਖ ਦਿੱਤਾ। ਤੇ ਜਦੋਂ ਵਾਹਿਗੁਰੂ ਪਰਮੇਸ਼ਰ ਕਿਸੇ ਵੀ ਸੇਵਕ ਦੇ ਸਿਰ ਉੱਤੇ ਆਪਣਾ ਮਿਹਰਾਂ ਭਰਿਆ ਹੱਥ ਰੱਖ ਦਿੰਦਾ ਹੈ ਤੇ ਫਿਰ ਉਹਦੀ ਰੱਖਿਆ ਵਾਸਤੇ ਪੂਰੀ ਵਾਹ ਲਾ ਦਿੰਦੇ। ਚਾਰੇ ਦਿਸ਼ਾ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਆਪਣਾ ਬਲ ਪੈਦਾ ਕਰ ਦਿੰਦਾ ਹੈ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਧਾਰਿਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਿਰਪਾ ਕਟਾਖ ਜਿਹੜਾ ਉਹ ਖੱਖੇ ਦੇ ਹੇਠਾਂ ਉਹ ਅੱਧਾ ਜੀਏ ਦਾ ਚਿੰਨ੍ਹ ਹੁੰਦਾ, ਉਹ ਐੜੇ ਦੀ ਆਵਾਜ਼ ਦਿੰਦਾ ਹੈ, ਕਿਰਪਾ ਕਟਾਖ। ਉਹ ਜਦੋਂ ਉਸ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਪਰੇ ਕਟਾਕਸ਼ਾਂ ਨਾਲ, ਭਾਵ ਮਿਹਰ ਦੀ ਦ੍ਰਿਸ਼ਟੀ ਨਾਲ ਆਪਣੇ ਦਾਸ ਵੱਲ ਤੱਕਿਆ। ਅਵਲੋਕਨ ਦਾ ਅਰਥ ਹੁੰਦਾ ਵੇਖਣਾ। ਜਦੋਂ ਉਸ ਵਾਹਿਗੁਰੂ ਨੇ ਆਪਣੀ ਮਿਹਰ ਭਰੀ ਦ੍ਰਿਸ਼ਟੀ ਦੇ ਨਾਲ ਆਪਣੇ ਸੇਵਕ ਵੱਲ ਤੱਕਿਆ, ਦਾਸ ਕਾ ਦੁੱਖ ਵਿਦਾਰਿਓ, ਆਪਣੇ ਸੇਵਕ ਦਾ ਸਾਰਾ ਹੀ ਦੁੱਖ ਵਿਦਾਰਿਓ ਨਾਸ਼ ਕਰ ਦਿੱਤਾ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ
ਦਇਆਲ ਪੁਰਖ ਬਖਸ਼ੰਦ ਰਹਾਉ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਢੰਗ ਦੇ ਨਾਲ ਉਸ ਗੁਰੂ ਪਰਮੇਸ਼ਰ ਜੀ ਨੇ ਆਪਣੇ ਸੇਵਕਾਂ ਨੂੰ ਰੱਖਿਆ ਹੈ, ਕਿਉਂਕਿ ਉਹਨਾਂ ਦਾ ਸੁਭਾਅ ਬੜਾ ਦਿਆਲੂ, ਕਿਰਪਾਲੂ ਤੇ ਪੂਰਨ ਬਖਸ਼ਿੰਦ ਹੈ। ਜਿਹੜੇ ਵੀ ਦਾਸ ਉਹਦੀ ਸ਼ਰਨ ਵਿੱਚ ਆ ਗਏ, ਉਹਨਾਂ ਨੂੰ ਆਪਣੀ ਗਲ ਦੇ ਨਾਲ ਲਾ ਕੇ ਉਹਨਾਂ ਦੇ ਸਾਰੇ ਔਗੁਣ ਮੇਟ ਦਿੱਤੇ ਤੇ ਉਹਨਾਂ ਦੀ ਹਰ ਪ੍ਰਕਾਰ ਰੱਖਿਆ ਕੀਤੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਚਤੁਰ ਦਿਸ਼ਾ ਕੀਨੂ ਬਲ ਆਪਣਾ, ਇਹਦੇ ਉੱਤੇ ਇੱਕ ਬਹੁਤ ਸੁੰਦਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਦਾਹਰਣ ਦਿੱਤੀ ਹੈ। ਉਹ ਸ਼ਲੋਕ ਸੰਸਕ੍ਰਿਤੀ ਮਹੱਲਾ 5 ਵਿੱਚ ਦਰਜ ਹੈ। ਮਿਰਗੀ ਪੇਖੰਤ ਬਦਕ ਪਰਹਾ ਰੇਣ ਲਖ ਆਵਦਾ ਹੈ, ਅਹੋ ਜਸ ਰਖੇਣ ਗੋਪਾਲ ਹੈ, ਨਾਨਕ ਰੋਮ ਨਾ ਛਿਦਿਆ ਤੇ। ਇਹ ਕੋਈ ਹਰਣੀ ਸੀ, ਬੱਚੇ ਨੂੰ ਜਨਮ ਦੇ ਰਹੀ ਸੀ। ਅਚਾਨਕ ਇੱਕ ਸ਼ਿਕਾਰੀ ਆਇਆ, ਉਸਨੇ ਸੋਚਿਆ ਵੀ ਮੈਂ ਇਸ ਹਰਣੀ ਨੂੰ ਮਾਰਨਾ। ਉਸਨੇ ਉਹਨੂੰ ਚਾਰੇ ਪਾਸਿਓਂ ਘੇਰਾ ਪਾਇਆ। ਘੇਰਾ ਕਿਵੇਂ ਪਾਇਆ? ਇੱਕ ਪਾਸੇ ਉਸਨੇ ਜਾਲ ਲਾ ਦਿੱਤਾ, ਦੂਸਰੇ ਪਾਸੇ ਅੱਗ ਬਾਲ ਦਿੱਤੀ, ਤੀਸਰੇ ਪਾਸੇ ਸ਼ਿਕਾਰੀ ਕੁੱਤਾ ਖੜਾ ਕਰ ਦਿੱਤਾ, ਚੌਥੇ ਪਾਸੇ ਆਪ ਤੀਰ ਲੈ ਕੇ ਖਲੋ ਗਿਆ ਵੀ ਹੁਣ ਇਸ ਨੂੰ ਮੈਂ ਛੱਡਣਾ ਨਹੀਂ। ਚਾਰੇ ਪਾਸੇ ਉਸਦੇ ਘੇਰ ਲਏ। ਉਹ ਹੁਣ ਵਿਚਾਰੀ ਹਰਣੀ ਬੱਚੇ ਨੂੰ ਜਨਮ ਦੇ ਰਹੀ ਸੀ, ਦੌੜ ਨਹੀਂ ਸੀ ਸਕਦੀ। ਉਹਨੇ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ, ਕਿਉਂਕਿ ਸਤਿਗੁਰੂ ਦੇ ਬਚਨ ਨੇ ਪਸ਼ੂ ਪੰਛੀ ਵੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹੁਣ ਉਸ ਹਰਣੀ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਫਿਰ ਉਹਦੀ ਆ ਕੇ ਰੱਖਿਆ ਕੀਤੀ। ਚਤੁਰ ਦਿਸ਼ਾ ਕੀਨੂ ਬਲ ਆਪਣਾ, ਸਿਰ ਉੱਪਰ ਕਰ ਧਾਰਿਓ। ਫਿਰ ਕਿਵੇਂ ਰੱਖਿਆ ਕੀਤੀ, ਇਹਦੇ ਬਾਰੇ ਮਹਾਂਪੁਰਖ ਦੱਸਦੇ ਸਨ ਬਈ ਹਵਾ ਦਾ ਇੱਕ ਵਾਵ ਰੋਲਾ ਆਇਆ। ਉਸ ਹਵਾ ਦੇ ਬੁੱਲੇ ਨੇ, ਹਵਾ ਦੇ ਵਾਵ ਰੋਲੇ ਨੇ ਉਹਦੀ ਜਾਲੀ ਪੁੱਟ ਦਿੱਤੀ ਤੇ ਉਹ ਜਿਹੜੀ ਜਾਲੀ ਉੱਡ ਕੇ ਜਿੱਥੇ ਉਹ ਅੱਗ ਲਾਈ ਸੀ, ਅੱਗ ਦੇ ਵਿੱਚ ਚਲੀ ਗਈ ਤੇ ਉਹ ਜਾਲੀ ਅੱਗ ਵਿੱਚ ਪੈ ਕੇ ਸੜ ਗਈ। ਤੇ ਉਸ ਤੋਂ ਬਾਅਦ ਜਿਹੜਾ ਸ਼ਿਕਾਰੀ ਤੀਰ ਸਿੰਨੀ ਖਲੋਤਾ ਸੀ, ਅਚਾਨਕ ਸੱਪ ਨਿਕਲਿਆ, ਉਸਨੇ ਸ਼ਿਕਾਰੀ ਨੂੰ ਡੰਗ ਮਾਰ ਦਿੱਤਾ ਤੇ ਜਿਹੜਾ ਉਹ ਤੀਰ ਹਰਣੀ ਵੱਲ ਨੂੰ ਮਾਰਨਾ ਚਾਹੁੰਦਾ ਸੀ, ਉਹ ਉਸਦੇ ਕੁੱਤੇ ਨੂੰ ਜਾ ਵੱਜਿਆ। ਸ਼ਿਕਾਰੀ ਵੀ ਮਾਰਿਆ ਗਿਆ, ਕੁੱਤਾ ਵੀ ਮਾਰਿਆ ਗਿਆ ਤੇ ਜਾਲੀ ਵੀ ਉੱਡ ਕੇ ਸੜ ਗਈ ਅੱਗ ਵਿੱਚ ਪੈ ਕੇ। ਤੇ ਫਿਰ ਅਚਾਨਕ ਇੱਕ ਬੱਦਲੀ ਆਈ, ਉਸਨੇ ਮੀਂਹ ਪਾਇਆ ਤੇ ਅੱਗ ਵੀ ਬੁਝ ਗਈ। ਤੇ ਇਸ ਢੰਗ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੇ ਉਸ ਹਰਣੀ ਦੀ ਰੱਖਿਆ ਕੀਤੀ ਸੀ। ਤੇ ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਆਪਣੇ ਸੇਵਕਾਂ ਦੀ, ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਸੰਤ ਭਗਤ ਨੇ ਵਾਹਿਗੁਰੂ ਦੇ ਲਾਡਲੇ ਪੁੱਤਰ ਨੇ। ਜੋ ਮੰਗੈ ਠਾਕੁਰ ਆਪਣੇ ਤੇ, ਉਹ ਜੋ ਆਪਣੇ ਮਾਲਕ ਵਾਹਿਗੁਰੂ ਤੋਂ ਜੋ ਵੀ ਉਹ ਵਾਹਿਗੁਰੂ ਦੇ ਦਾਸ ਮੰਗਦੇ ਨੇ, ਉਹੀ ਦਾਤ ਵਾਹਿਗੁਰੂ ਉਹਨਾਂ ਨੂੰ ਦਿੰਦਾ ਹੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਿਰੀ ਇਹੀ ਗੱਲ ਨਹੀਂ ਵੀ ਜੋ ਮੰਗਿਆ ਵਾਹਿਗੁਰੂ ਨੇ ਉਹ ਦੇ ਦਿੱਤਾ। ਇੱਥੋਂ ਤੱਕ ਵੀ ਵਾਹਿਗੁਰੂ ਪਰਮੇਸ਼ਰ ਆਪਣੇ ਭਗਤਾਂ ਨੂੰ ਮਾਣ ਬਖਸ਼ਿਸ਼ ਕਰਦਾ ਹੈ। ਵਾਹਿਗੁਰੂ ਦਾ ਦਾਸ ਮੁਖ ਤੋਂ ਜੋ ਵੀ ਬਚਨ ਬੋਲਦਾ ਹੈ, ਇਹਾਂ ਉਹਾਂ ਸੱਚ ਹੋਵੇ। ਉਹ ਇਹਾਂ ਇਸ ਲੋਕ ਦੇ ਵਿੱਚ ਵੀ ਤੇ ਉਹਾਂ ਪਰਲੋਕ ਦੇ ਵਿੱਚ ਵੀ ਸੱਚ ਹੁੰਦਾ। ਭਾਵ ਵਾਹਿਗੁਰੂ ਦੇ ਪਿਆਰਿਆਂ ਦਾ ਬੋਲਿਆ ਬਚਨ ਇੱਥੇ ਵੀ ਤੇ ਰੱਬ ਦੀ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੁੰਦਾ। ਐਸੀ ਉੱਚੀ ਵਡਿਆਈ ਵਾਹਿਗੁਰੂ ਆਪਣੇ ਦਾਸਾਂ ਨੂੰ, ਆਪਣੇ ਭਗਤਾਂ ਨੂੰ, ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕਰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ। ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।